ਨਵਜੋਤ ਸਿੱਧੂ ਨੂੰ ਝੂਠ ਬੋਲਣਾ ਨਹੀਂ ਆਉਂਦਾ, ਨਾ ਟਿਕਾ ਕੇ ਗੱਲ ਕਰਨੀ ਪੈਂਦੀ ਹੈ। ਸਿੰਪਲ, ਸੱਚੀ, ਸਾਫ਼ ਸੁਥਰੀ ਇੱਕ ਸੱਚ ਬੋਲੋ, 100 ਝੂਠ ਬੋਲਣ ਦੀ ਲੋੜ ਨਹੀਂ ਮਿੱਤਰਾ। ਜਿਹੜੀ ਚੋਰੀ ਪਿਛਲੇ 10 ਸਾਲ ਤੋਂ ਹੁੰਦੀ ਆਈ, ਨਾ ਸਿਰਫ ਉਹਨੂੰ ਪੂਰਨ ਵਿਰਾਮ ਲਾਈਏ ਬਲਕਿ ਇੱਕ ਨਵਾਂ ਇਤਿਹਾਸ ਕਾਇਮ ਕਰੀਏ। ਜਿਹੜੇ ਟੈਕਸਿਸ ਲੱਗ ਰਹੇ ਨੇ ਅੱਜ, ਇਹ ਟੈਕਸਿਸ ਲਾਉਣ ਦੀ ਲੋੜ ਹੀ ਨਹੀਂ ਜੇ ਸਰਕਾਰ ਦੇ ਲੋਕਾਂ ਦੇ ਉੱਤੇ ਬੋਝ ਪਾਏ ਬਿਨਾ सिंपल सिस्टम से स्टेट को एनीथिंग अबव 3000 करोड़ इज द मिनिमल थिंग। और इसीलिए मैं कहता हूं कि आज पंजाब को इनकम की जरूरत है और ये हमारे लिए एक ऐसी गोल्ड माइन है जो लोगों को टैक्सों से निजात दिला सकती है और पंजाब को उसके कर्जे से निजात दिला सकती है। ਸਰਕਾਰੀ ਧਨ ਹੈ। 2008 ਦੇ ਵਿੱਚ ਕਸਟੋਡੀਅਨ ਇਹਦਾ ਗਵਰਨਰ ਪੰਜਾਬ ਨੂੰ ਮੰਨਿਆ ਗਿਆ। ਇਹ ਜਿੰਨੇ ਜੈਮਸ, ਜਿੰਨੀਆਂ ਮਾਈਨਸ ਜਿੰਨੀਆਂ ਨੇ, ਇਹ ਸਰਕਾਰ ਦਾ ਖਜ਼ਾਨਾ ਹੈ, ਐਸੈਟ ਹੈ ਸਰਕਾਰ ਦਾ। ਜਿਹੜਾ ਬੈਸਟ ਪੈਟਰਨ ਹੈ ਸੈਂਡ ਮਾਈਨਿੰਗ ਦਾ, ਜਿਨ੍ਹਾਂ ਨੇ 10 ਕਰੋੜ ਤੋਂ 2014 ਚ ਸ਼ੁਰੂ ਕੀਤਾ ਤੇਲੰਗਾਨਾ, ਔਰ ਅੱਜ 1200 ਕਰੋੜ ਤੋਂ ਉੱਤੇ ਕਮਾ ਰਹੇ ਹੈ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਆਂਧਰਾ ਪ੍ਰਦੇਸ਼ ਨੂੰ ਮੱਦੇਨਜ਼ਰ ਰੱਖਦੇ ਹੋਏ, ਜਿਨ੍ਹਾਂ ਕੋਲ ਇੱਕ ਦਰਿਆ ਹੈ ਹਰਿਆਣਾ, ਯਮੁਨਾ, ਔਰ ਦਰਿਆਈ ਰੇਤਾ ਹੀ ਸਭ ਤੋਂ ਵਧੀਆ ਚਿੱਟਾ ਰੇਤਾ ਹੁੰਦਾ ਹੈ। ਦੂਜਾ ਤੇ ਪੱਸਰ ਸੈਂਡ ਹੈ ਜਿਹੜਾ ਤੁਸੀਂ 40 ਫੁੱਟ ਤੋਂ ਥੱਲੇ ਜਾ ਕੇ ਕਰਦੇ ਹੋ, ਠੀਕ ਹੈ। ਉਹ ਜਿਹੜੇ ਲੋਕ 950 ਕਰੋੜ ਰੁਪਈਆ ਕੱਢ ਰਹੇ ਹੈ ਇੱਕ ਦਰਿਆ ਹੋਣ ਕਰਕੇ, ਪੰਜਾਬ ਦੇ ਕੋਲ 4.5 ਦਰਿਆ ਨੇ, 4 ਤੇ ਪੱਕੇ ਹੀ ਨੇ, ਸਮਝ ਨਹੀਂ। ਤੇ ਪੰਜਾਬ ਪਿਛਲੇ 10 ਸਾਲਾਂ ਦਾ 40 ਕਰੋੜ ਤੇ ਕਾਂਗਰਸ ਸਰਕਾਰ ਆਈ ਹੈ ਤੇ 130 ਕਰੋੜ। ਇਹ ਬੜਾ ਵੱਡਾ ਚਿੰਤਨ ਦਾ ਸਵਾਲ ਸੀ। ਤੇਲੰਗਾਨਾ ਵਰਗਾ ਇੱਕ ਸੂਬਾ ਜਿਹੜਾ ਇੱਕ ਦਰਿਆ ਹੈ ਗੋਦਾਵਰੀ, ਉਹ 11 ਦਿਨਾਂ 'ਚ 45 ਕਰੋੜ ਰੁਪਏ ਕਮਾਉਂਦਾ ਹੈ, ਤੇ ਅਕਾਲੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ 40 ਕਰੋੜ ਰੁਪਇਆ ਹਰ ਸਾਲ ਕਮਾਇਆ। 4000 ਕਰੋੜ ਰੁਪਏ ਦਾ ਪੋਟੈਂਸ਼ੀਅਲ ਹੈ। 1150 ਕਿਲੋਮੀਟਰ ਦਰਿਆ ਵਗਦੇ ਨੇ, ਸਭ ਤੋਂ ਵਧੀਆ ਮਤਲਬ ਚਿੱਟਾ ਰੇਤਾ ਹੈ। ਤੁਸੀਂ ਗੋਦਾਵਰੀ ਦਾ ਦੇਖ ਲਓ ਤੇ ਸਾਡੇ ਵਾਲਾ ਸਤਲੁਜ ਦਾ ਤੇ ਬਿਆਸ ਦਾ ਦੇਖ ਲਓ, ਇਸ ਤੋਂ ਵਧੀਆ ਰੇਤਾ ਕਿਤੇ ਹੋ ही नहीं सकता। तेलंगाना की बात कर रहा हूं मैं। 350 किलोमीटर के दरिया में से वो 1400 करोड़ रुपया पर साल निकालते हैं। हमारी एक साल की इनकम पिछले 10 साल से पर ईयर वॉज 40 करोड़ और उनकी 11 दिन की इनकम इस साल की इज 43 करोड़। ये कितनी बड़ी शर्म की बात है कि तेलंगाना जैसा सूबा जो सेपरेट हुआ आंध्र प्रदेश से 2014 में, और पहले साल उन्होंने 10 करोड़ की कमाई की, वो आज 1400 करोड़ रुपए कमा रहा है। 11 दिन में उतना कमा रहा है जो हम एक साल में स्टेट के एक्सचेकर को देते हैं। ਅਸੀਂ ਪੂਅਰ ਕਸਟੋਡੀਅਨ ਰਹੇ ਹਾਂ ਕਿਉਂਕਿ ਇਹ ਜੇ ਚੋਰਾਂ ਦੀ ਸਰਕਾਰ ਜਿਹਨੇ ਚੋਰਾਂ ਨੂੰ ਆਨਰ ਕੀਤਾ, ਉਹਨਾਂ ਨੇ 40 ਕਰੋੜ ਰੁਪਈਆ ਸਾਲ ਦਾ ਜਮ੍ਹਾਂ ਕਰਾਇਆ। 10 ਕਰੋੜ ਤੋਂ ਤੇਲੰਗਾਨਾ ਨੇ ਸ਼ੁਰੂ ਕੀਤਾ ਸੀ 2014 ਚ, ਅੱਜ 1300 ਕਰੋੜ ਰੁਪਈਆ ਕਮਾਉਂਦਾ ਤੇਲੰਗਾਨਾ। ਆਹੀ ਸਿਸਟਮ ਹੈ। ਉਹਨਾਂ ਕੋਲ ਇੱਕ ਦਰਿਆ ਹੈ, ਸਾਡੇ ਕੋਲ 4.5। ਅਸੀਂ ਚਾਹੁੰਦੇ ਹਾਂ ਵੀ ਬਹੁਤ ਸਸਤਾ ਰੇਤਾ ਰੇਟ ਫਿਕਸ ਕਰਕੇ ਲੋਕਾਂ ਤੱਕ ਪਹੁੰਚਾਈਏ। ਸਭ ਤੋਂ ਪਹਿਲਾ ਚੀਜ਼ ਹੈ ਰੇਟ ਫਿਕਸ ਕਰਨਾ। ਰੇਟ ਫਿਕਸ ਕਰਨ ਦੇ ਨਾਲ ਵੋਲਿਊਮ ਵਧਾ ਕੇ ਰੈਵਨਿਊ ਜਨਰੇਸ਼ਨ ਕਰਨਾ। ਉਹਨਾਂ ਸਟੇਟਾਂ ਨੂੰ ਦੇਖਦੇ ਹੋਏ ਜਿਹੜੇ ਅੱਜ ਕਮਾਈਆਂ ਵੀ ਕਰ ਰਹੇ ਨੇ, ਵੋਲਿਊਮ ਵੀ ਸਪਲਾਈ ਕਰ ਰਹੇ ਔਰ ਪ੍ਰਾਈਸਿਸ ਵੀ ਘਟਾ ਕੇ ਕਰ ਰਹੇ ਨੇ। ਇਸ ਕਰਕੇ ਸਭ ਤੋਂ ਪਹਿਲੀ ਚੀਜ਼ ਤੇ ਸੈਂਡ ਦੇ ਰੇਟ ਫਿਕਸ ਕਰਨੇ ਬੜੇ ਜ਼ਰੂਰੀ ਨੇ। ਜੇ ਸ਼ਰਾਬ ਦਾ ਰੇਟ ਫਿਕਸ ਨਾ ਹੋਵੇ ਤਾਂ ਕਿੱਦਾਂ ਵੇਚੋਗੇ? ਗੱਲ ਨੂੰ ਸਮਝੋ। ਜਿਨ੍ਹਾਂ ਲੋਕਾਂ ਨੇ ਇਹ ਐਕਸਪਲੋਇਟੇਸ਼ਨ ਕੀਤੀ ਹੈ ਉਹਨਾਂ ਨੇ ਰੇਟ ਕੋਈ ਫਿਕਸ ਨਹੀਂ ਕੀਤੇ। 20 ਦਿਨ ਰੋਕ ਦਿੰਦੇ ਆ, ਰੇਟ ਅਸਮਾਨੀ ਚਲੇ ਜਾਂਦੇ ਆ, ਆਪ ਲੈ ਕੇ ਸਟਾਕ ਕਰਕੇ ਹੋਰਡਿੰਗ ਕਰਕੇ ਉਹਨੂੰ ਮਾਫੀਆ ਰਹਿਣਾ ਹੀ ਨਹੀਂ। ਜਦੋਂ ਤੁਸੀਂ ਰੇਟ ਫਿਕਸ ਕਰਤੇ ਤੇ ਮਾਫੀਆ ਰਹਿਣਾ ਕਿੱਥੋਂ ਹੈ? ਅਸੀਂ ਐਂਡ ਯੂਜ਼ਰ ਦੇ ਲਈ ਪ੍ਰਾਈਸ ਫਿਕਸ ਕਰ, ਜਿਹੜੀ ਮੈਂ ਉੱਥੇ ਰეკਮੈਂਡ ਕਰਕੇ ਆਇਆ ਉਹ 1000 ਰੁਪਏ, ਉਹ ਤੁਹਾਡੀ ਟਰਾਲੀ ਆਉਂਦੀ ਹੈ ਹੁਣ ਅੱਜ ਕਿੰਨੇ ਦੀ ਹੈ? 3500 ਦੀ ਕਿੰਨੇ ਦੀ ਹੈ? ਹੁਣ ਤਾਂ ਜੀ ਪੁੱਛੋ ਹੀ ਨਾ, 2500 ਹੋ ਗਿਆ ਨਾ, ਤੇ ਅਸੀਂ ਉਹਨੂੰ ਅੱਧਾ ਕਰ ਦਿੰਦੇ ਆ। 1000 ਰੁਪਏ ਕਰਤਾ ਨਾ ਤਾਂ 2.5 ਗੁਣਾ, ਇਹ 2.5 ਗੁਣਾ ਘਟ ਗਿਆ। ਗੱਲ ਨੂੰ ਸਮਝੋ। ਕਿਉਂਕਿ ਰੇਤਾ ਹਰ ਘਰ ਦੇ ਨਾਲ ਜੁੜੀ ਸਮੱਸਿਆ ਹੈ ਔਰ ਅੱਜ ਰੇਤੇ ਦੇ ਰੇਟ ਬਹੁਤ ਵੱਧਦੇ ਜਾ ਰਹੇ ਹੈ ਕਿਉਂਕਿ ਡਿਮਾਂਡ ਡਰਿਵਨ। ਤੀਜੀ ਚੀਜ਼, ਇਹਦਾ ਸਮਾਧਾਨ ਜਿਹੜਾ ਹੈਗਾ ਉਹ ਸਪਲਾਈ ਨੂੰ ਨਿਰਧਾਰਿਤ ਕਰਨਾ ਹੈ। ਜਦੋਂ ਸਪਲਾਈ ਨਹੀਂ ਆਉਂਦੀ ਤੇ ਫਿਰ ਰੇਟ ਸਕਾਈ ਹਾਈ ਹੋ ਜਾਂਦੇ ਆ, ਕਿਉਂਕਿ ਜਦੋਂ ਸਪਲਾਈ ਮੁੱਕਦੀ ਹੈ ਤਾਂ ਰੇਟੇ ਦੇ ਰੇਟ ਵੱਧਦੇ ਆ। ਸਾਡੇ ਕੋਲ ਸਪਲਾਈ ਅਗਲੇ 100 ਸਾਲਾਂ ਦੀ ਹੈ, ਇਹ ਤੈਅ ਹੋ ਗਿਆ। 4 ਦਰਿਆਵਾਂ ਦਾ ਰੇਤਾ ਹੈ, ਤੁਸੀਂ 4000 ਕਰੋੜ ਤੱਕ ਵੀ ਕੱਢ ਸਕਦੇ ਹੋ। ਸ਼ੁਰੂਆਤ ਤੁਹਾਡੀ 1000-2000 ਕਰੋੜ ਨਾਲ ਵੀ ਬੜੇ ਆਰਾਮ ਦੇ ਨਾਲ ਹੋ ਸਕਦੀ ਹੈ। ਸੋ
ਸਭ ਤੋਂ ਪਹਿਲੀ ਚੀਜ਼ ਤੇ ਇਹ ਤੈਅ ਹੋਈ ਹੈ ਕਿ 5 ਵੱਡੀਆਂ ਚੰਗੀਆਂ ਯੂਨੀਵਰਸਿਟੀਆਂ ਜਿਨ੍ਹਾਂ ਨੂੰ ਵਾਟਰ ਵਰਕਸ ਦਾ ਵੀ ਸੈਂਡ ਦਾ ਪੂਰਾ ਗਿਆਨ ਹੈ, ਜਿਹੜੀਆਂ ਰეკਮੈਂਡਡ ਨੇ ਗਵਰਨਮੈਂਟ ਆਫ ਇੰਡੀਆ ਦੀ, ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ। ਆਈਟੀ ਕਾਨਪੁਰ, ਇਹਨਾਂ ਨੂੰ ਵਾਟਰ ਵਰਕਸ ਦੇ ਉੱਤੇ ਬਹੁਤ ਵੱਡੀ ਨੌਲੇਜ ਹੈ। ਆਈਟੀ ਰੁੜਕੀ, ਆਈਟੀ ਦਿੱਲੀ, ਆਈਟੀ ਖੜਗਪੁਰ ਥੋੜਾ ਦੂਰ ਹੈ ਪਰ ਉਹ ਆ ਕੇ ਇੱਥੇ ਰਹਿ ਲੈਣਗੇ। ਰਿਮੋਟ ਸੈਂਸਿੰਗ ਡਿਪਾਰਟਮੈਂਟ ਇੱਥੇ, ਜਿਹੜਾ ਕਿ ਸੈਟੇਲਾਈਟ ਤੋਂ ਆਫਟਰ ਆਲ ਟਰੱਕ ਜਾਂਦਾ ਹੈ, ਟਿੱਪਰ ਜਾਂਦਾ ਹੈ, ਕੋਈ ਪਿੰਨ ਤੇ ਨਹੀਂ ਹੈ ਜਿਹਨੂੰ ਤੁਸੀਂ ਚੁੱਕ ਨਹੀਂ ਸਕਦੇ। ਰਿਮੋਟ ਸੈਂਸਿੰਗ ਡਿਪਾਰਟਮੈਂਟ ਜਿਹੜਾ ਉੱਪਰੋਂ ਫੜ ਕੇ, ਇਹ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ, ਇਹ ਰਿਪੋਰਟ ਸਬਮਿਟ ਕਰਨਗੇ ਵੀ ਭਾਈ ਅਵੇਲੇਬਿਲਿਟੀ ਕਿੰਨੀ ਹੈ ਸੈਂਡ ਦੀ। ਫਿਰ ਸੈਂਡ ਦੀ ਰਿਪਲੈਨਿਸ਼ਮੈਂਟ ਹੁੰਦੀ ਹੈ। ਰੇਤਾ ਉੱਤੋਂ ਦਰਿਆ 'ਚ ਆਉਂਦਾ ਹੈ, ਤੁਸੀਂ ਦਰਿਆ 'ਚੋਂ ਕੱਢਦੇ ਹੋ, ਫਿਰ ਅਗਲੇ ਸਾਲ ਦਰਿਆ 'ਚ ਆਉਂਦਾ ਹੈ। ਗਵਰਨਮੈਂਟ ਆਫ ਇੰਡੀਆ ਕਹਿੰਦੀ 100 ਸਾਲ ਦਾ ਰੇਤਾ ਹੈ ਪੰਜਾਬ ਦੇ ਕੋਲ, ਮੇਰੀ ਗੱਲ ਨੂੰ ਸਮਝ ਲਓ। ਉਹ ਆਪਣੀ ਰਿਪੋਰਟ ਸਾਨੂੰ ਸਬਮਿਟ ਕਰਕੇ ਦੇਣਗੇ, ਉਹ ਸਾਨੂੰ ਇਹ ਦੱਸ ਸਕਦੀਆਂ ਨੇ ਵੀ ਭਾਈ ਕੈਰੀਇੰਗ ਕੈਪੈਸਿਟੀ ਰਿਵਰ ਦੀ ਕਿੰਨੀ ਹੈ। ਡਿਸਟ੍ਰਿਕਟ ਸਰਵੇ ਰਿਪੋਰਟ ਹੁੰਦੀ ਹੈ। ਡਿਸਟ੍ਰਿਕਟ ਸਰਵੇ ਰਿਪੋਰਟ ਇਹ ਤੈਅ ਕਰਦੀ ਹੈ ਵੀ ਭਾਈ ਰੇਤਾ ਪਿਆ ਕਿੱਥੇ ਹੈ, ਕਿੰਨਾ ਰੇਤਾ ਹੈ, ਉਹਦਾ ਵੋਲਿਊਮ ਕੀ ਹੈ, ਉਹਦਾ ਕੰਟੈਂਟ ਕੀ ਹੈ। ਡਿਸਟ੍ਰਿਕਟ ਸਰਵੇ ਰਿਪੋਰਟ ਹੁਣ ਉਹ ਪ੍ਰੋਫੈਸ਼ਨਲ ਨੇ ਕਿਸੇ ਨੇ ਕੀਤੀ ਨਹੀਂ। ਅੱਜ ਮੈਂ ਸਵਾਲ ਕੀਤਾ ਕੀ ਤੋਂ ਕਰਾਈ ਹੈ, ਕੋਈ ਪ੍ਰੋਫੈਸ਼ਨਲ ਸੀ, ਕਿਸੇ ਨੂੰ ਜਿਹਨੂੰ ਨੌਲੇਜ ਹੈ ਰੇਤਾ ਕਿੱਥੇ ਪਿਆ, ਕੀ ਹੈ, ਕਿਹੜਾ ਰੇਤਾ ਕਿਹੋ ਜਿਹਾ ਹੈ, ਕੁਆਲਿਟੀ ਕਿਹੋ ਜਿਹੀ ਹੈ, ਉਹਨੇ ਕੀਤੀ? ਕਿਸੇ ਨੂੰ ਕੁਝ ਨਹੀਂ ਪਤਾ। 1150 ਕਿਲੋਮੀਟਰ ਰੇਤਾ ਅਗਰ ਤੁਸੀਂ ਦੇਖੋ ਤੇ ਕਰੀਬ 3-4 ਹਜ਼ਾਰ ਕਰੋੜ ਤੇ ਚਲਾ ਜਾਂਦਾ ਹੈ। ਕ੍ਰਸ਼ਰਾਂ ਦਾ ਸਾਡਾ 170 ਸਾਲ ਦਾ ਮਾਲ ਕੱਲਾ 30 ਕਿਲੋਮੀਟਰ ਦੇ ਦਾਇਰੇ 'ਚ ਪਿਆ, 500 ਸਕੁਅਰ ਕਿਲੋਮੀਟਰਸ ਦੇ ਵਿੱਚ, ਤੇ ਇੱਕ ਸਾਲ ਦਾ ਮਾਲ 3 ਸਕੁਅਰ ਕਿਲੋਮੀਟਰ ਦੇ ਵਿੱਚੋਂ ਪੂਰਾ ਹੋ ਜਾਂਦਾ। ਸੋ ਵੀ ਹੈਵ ਇਨਫ ਫॉर ਦੀ ਨੈਕਸਟ 170। ਇਹਦੇ 'ਚ ਕਰਨਾ ਇੰਨਾ ਹੀ ਹੈ ਵੀ ਸਪਲਾਈ ਸਾਡੀ ਫਿਕਸ ਕਰਨੀ ਹੈ, ਬੜੀ ਸੌਖੀ ਹੈ। ਤੁਸੀਂ 4 ਫੁੱਟ ਰੇਤੇ ਨੂੰ ਦੇਖੋ ਵੀ ਕਿੰਨਾ ਰੇਤਾ ਹੈਗਾ, 1150 ਕਿਲੋਮੀਟਰ ਦੇ ਨਾਲ ਉਹਨੂੰ ਜਦ ਦੇ ਲਓ ਤੇ ਤੁਹਾਡੇ ਕੋਲ ਮਾਲ ਬੜੇ ਆਰਾਮ ਦੇ ਨਾਲ ਆ ਗਿਆ। ਸਪਲਾਈ ਜਦੋਂ ਫਿਕਸ ਹੋ ਗਈ, ਉਹਨੂੰ ਸਟੇਟ ਦੀ ਪ੍ਰਾਪਰਟੀ ਬਣਾ ਕੇ, ਕਾਰਪੋਰੇਸ਼ਨ ਬਣਾ ਕੇ ਲੋਕਾਂ ਤੱਕ ਸਸਤੇ ਦਾਮਾਂ ਤੱਕ ਅਸੀਂ ਪਹੁੰਚਾਉਣਾ ਹੈ। ਨਵਜੋਤ ਸਿੰਘ ਸਿੱਧੂ ਦੀ ਮੰਨੀਏ ਤਾਂ ਵੱਡੀ ਮੁਸ਼ਕਿਲ ਰੇਤ ਮਾਫੀਆ ਨਹੀਂ ਸਗੋਂ ਟਰਾਂਸਪੋਰਟ ਮਾਫੀਆ ਹੈ, ਜਿਸ ਤੇ ਨਕੇਲ ਕਸਣੀ ਜ਼ਰੂਰੀ ਹੈ। ਗਵਰਨਮੈਂਟ ਆਫ ਇੰਡੀਆ ਜਿੰਨੇ ਸਿਆਣੇ ਜਿਨ੍ਹਾਂ ਲੋਕਾਂ ਨੇ ਰਿਸਰਚ ਕੀਤੀ ਹੈ ਉਹ ਕਹਿੰਦੇ ਆ ਸੈਂਡ ਮਾਫੀਆ ਕੋਈ ਨਹੀਂ ਹੁੰਦਾ, ਟਰਾਂਸਪੋਰਟ ਮਾਫੀਆ ਹੁੰਦਾ ਹੈ। ਕਿਉਂਕਿ ਸੈਂਡ ਨੂੰ ਤੁਸੀਂ ਚੁੱਕਣਾ ਹੈ, ਚੁੱਕ ਕੇ ਲਿਜਾਣਾ ਹੈ, ਫਿਰ ਉਹਨੂੰ ਵੇਚਣਾ ਹੈ। ਇਹ ਸਾਰਾ ਲਿੰਕ ਟਰਾਂਸਪੋਰਟ ਦੇ ਨਾਲ ਹੈ। ਤੁਸੀਂ ਜਦੋਂ ਟਰਾਂਸਪੋਰਟ ਨੂੰ ਨੱਥ ਪਾਤੀ, ਸੈਂਡ ਨੂੰ ਆਪੇ ਨੱਥ ਪੈ ਜਾਣੀ ਹੈ। ਸੋ ਅਸੀਂ ਇੱਕ ਟਰਾਂਸਪੋਰਟ ਦਾ ਸਿਸਟਮ ਬਣਾ ਰਹੇ ਹਾਂ। ਰਜਿਸਟਰਡ ਟਰਾਂਸਪੋਰਟਰਾਂ ਨੂੰ ਸੈਂਡ ਨੂੰ ਹੁਣ ਟਰਾਂਸਪੋਰਟ ਕਰਨ ਦੀ ਇਜਾਜ਼ਤ ਦਿੱਤੀ ਜਾਊਗੀ। ਉਹਨਾਂ ਦੇ ਸਪੈਸੀਫਿਕ ਰੰਗ ਹੋਣਗੇ। ਜੇ ਕੋਈ ਦੂਆ ਰੰਗ ਦਾ ਟਰੱਕ ਰੇਤਾ ਲੈ ਕੇ ਫੜਿਆ ਗਿਆ, ਇੰਪਾਊਂਡ ਹੋਊ। 2014 ਦੀ ਕੈਬਨਿਟ ਦੀ ਨੋਟੀਫਿਕੇਸ਼ਨ ਹੈ ਕਿ ਜਿਹੜਾ ਇਲੀਗਲ ਰੇਤਾ ਲੈ ਕੇ ਜਾਂਦਾ ਟਰੱਕ, ਉਹਨੂੰ ਇੰਪਾਊਂਡ ਕਿਉਂ ਨਹੀਂ ਕਰਦੇ, ਉਹਨੂੰ ਸਪੁਰਦਾਰੀ ਦੇ ਉੱਤੇ ਕਿਉਂ ਛੱਡ ਦਿੰਦੇ ਹੋ? ਇਹਦਾ ਕੋਈ ਜਵਾਬ ਨਹੀਂ ਦੇ ਸਕਦਾ। 2014 ਦੀ ਨੋਟੀਫਿਕੇਸ਼ਨ ਪੜ੍ਹ ਲੈ ਮਿੱਤਰਾ। ਹੁਣ ਉਹ ਵੀ ਹੋਊ, ਇੰਪਾਊਂਡ ਹੋਊ। ਜਦੋਂ ਕਲਰ ਹੋ ਗਿਆ ਸਪੈਸੀਫਿਕ, ਟਰੱਕਾਂ ਨੂੰ ਪੂਰੀ ਤਰ੍ਹਾਂ ਰਜਿਸਟਰ ਕਰਾ ਕੇ ਫਿਰ GPS ਸਿਸਟਮ ਲੱਗਿਆ ਹੋਊਗਾ। ਸਭ ਤੋਂ ਸਸਤਾ ਤੁਹਾਨੂੰ ਇਹ ਦੱਸ ਦੂ ਵੀ ਤੁਸੀਂ ਮੀਟਰ ਗਏ ਹੋ, ਮੀਲ ਗਏ ਹੋ, ਕਿਲੋਮੀਟਰ ਗਏ ਹੋ, ਕਿੰਨੀ ਦੂਰ ਗਏ ਹੋ, ਕਿੱਥੋਂ ਕਿੱਥੇ ਤੱਕ ਗਏ ਹੋ। GPS ਸਿਸਟਮ ਲੱਗਿਆ ਹੋਊਗਾ ਉਹਦੇ 'ਚ। ਸਭ ਤੋਂ ਵੱਡੀ ਗੱਲ ਹੈ ਜਿਹੜੀ ਅੱਜ ਸਾਰਾ ਕੁਝ ਨੈਟ ਦੇ ਉੱਤੇ ਹੋ ਰਿਹਾ ਹੈ, ਜਿਹਨੂੰ ਆਪਾਂ ਕਹਿੰਦੇ ਆ ਈ ਗਵਰਨੈਂਸ। ਉਹਦੇ ਅਧੀਨ ਰੇਡੀਓ ਫ੍ਰੀਕੁਐਂਸੀ ID ਵਿਲ ਬੀ ਪ੍ਰੋਵਾਈਡਡ। ਚਿਪ ਹੁੰਦੀ ਹੈ ਏਡੀ, ਉਹ ਟਰੱਕ ਦੇ ਉੱਤੇ ਲੱਗੀ ਹੋ, ਤੁਸੀਂ ਟਰੱਕ ਹਿੱਲ ਹੀ ਨਹੀਂ ਸਕਦਾ। GPIS ਸਿਸਟਮ ਲਾ ਕੇ, RDIF ਚਿੱਪਾਂ ਲਾ ਕੇ, ਜਿਹੜਾ ਟਰੱਕ ਆਉਂਦਾ ਹੈ ਉਹਦਾ weight ਹੋਣਾ ਚਾਹੀਦਾ ਹੈ। 1 ਨੰਬਰ 2 ਉਹਦੇ ਨਾਲ ਪਰਚੀ ਹੁੰਦੀ ਹੈ, ਔਰ ਉਹ ਪਰਚੀ ਉਹ ਦੱਸਦੀ ਹੈ ਬਈ ਇਹ ਪਰਚੀ। ਹੁਣ ਤੁਸੀਂ ਦੇਖੋ ਦੂਜੇ ਸੂਬਿਆਂ ਦੇ ਵਿੱਚ ਮਾਈਨਿੰਗ ਕਿਉਂ ਖਤਮ ਹੋ ਗਈ। ਉਹ ਜਦੋਂ ਪਰਚੀ ਤੁਹਾਡੇ ਕੋਲ ਆਉਂਦੀ ਹੈ ਔਰ ਪਰਚੀ ਦੇ ਉੱਤੇ weight ਕੁਝ ਲਿਖਿਆ ਹੁੰਦਾ ਔਰ ਟਰੱਕ ਦੇ ਵਿੱਚ weight ਕੁਝ ਹੁੰਦਾ, ਟਰੱਕ ਇੰਪਾਊਂਡ ਹੁੰਦਾ। ਕੋਈ ਟਰੱਕ ਇੰਪਾਊਂਡ ਨਹੀਂ ਹੋ ਰਿਹਾ। ਪੁਆਇੰਟ ਆਈ ਐਮ ਮੇਕਿੰਗ ਇਜ਼ ਇੰਪਾਊਂਡ ਹੋਣੇ ਚਾਹੀਦੇ ਆ ਟਰੱਕ। ਜਦੋਂ ਸਾਰਾ ਸਰਕਾਰੀ ਸਮਾਨ ਚੁੱਕ ਕੇ ਸਟਾਕ ਯਾਰਡ 'ਚ ਪਾਇਆ ਔਰ ਸਟਾਕ ਯਾਰਡ ਤੋਂ ਜਿਹਨੇ ਡਿਮਾਂਡ ਭੇਜੀ ਉੱਥੇ ਭੇਜਿਆ, GPS ਸਿਸਟਮ ਲੱਗਿਆ ਹੋਵੇ, RDIF ਚਿੱਪਾਂ ਲੱਗੀਆਂ ਹੋਣ, ਟਰੱਕ ਅੱਧਾ ਕਿਲੋਮੀਟਰ ਕਦ ਹਿਲਦਾ ਤੁਹਾਨੂੰ ਪਤਾ ਲੱਗੂ। ਇਹਦੇ 'ਚ ਕੋਈ ਫੂਲ ਪ੍ਰੂਫ ਤਰੀਕਾ ਹੈ ਜਿਹੜੀ ਹਰ ਥਾਂ ਦੇ ਉੱਤੇ ਸਟੇਟ ਕਰ ਰਹੇ ਹੈ। ਉਹ ਵੀ ਇਹ ਕਹਿੰਦੇ ਨੇ ਕਿ ਸੈਂਡ ਮਾਫੀਆ ਕੁਝ ਨਹੀਂ ਹੈ, ਟਰਾਂਸਪੋਰਟ ਮਾਫੀਆ ਹੁੰਦਾ। ਤੁਸੀਂ ਅਸਲੀ ਜਦੋਂ ਟਰਾਂਸਪੋਰਟ ਨੂੰ ਕੰਟਰੋਲ ਕਰ ਲਿਆ, ਇੱਕ ਰੰਗ ਦੇ ਟਰੱਕ ਹੋਣ, ਜਿਹੜਾ ਟਰੱਕ ਉਸ ਰੰਗ ਤੋਂ ਇਲਾਵਾ ਰੇਤੇ ਲੈ ਕੇ ਮਿਲ ਜੇ ਉਹਨੂੰ ਇੰਪਾਊਂਡ ਕਰੋ ਔਰ ਉਹਨੂੰ ਵੇਚ ਦਿਓ। ਇਹਦਾ ਮੋਨੀਟਰਿੰਗ ਦਾ ਜਿਹੜਾ ਸਿਸਟਮ ਤੁਹਾਨੂੰ ਦੱਸਿਆ GPS, ਇਹ ਤੁਹਾਨੂੰ ਬਿਲਕੁਲ ਬੜੇ ਸਿੰਪਲ। ਔਰ ਦੂਸਰੀ ਗੱਲ ਹੈਗੀ RFID, ਜਿਹੜੀ ਉਹ ਚਿਪ ਲੱਗੀ ਹੁੰਦੀ ਹੈ। ਬੜਾ ਸਿੰਪਲ ਸਿਸਟਮ ਹੈ। Transporters will be registered. No transporter
who will not be registered will be actually carried forward. ਹੁਣ specific colors of trucks carrying sand will be provided GPS system to be installed. ਉਸ ਤੋਂ ਬਾਅਦ ਅੱਗੇ ਆ ਜਾਂਦਾ ਡਿਮਾਂਡ। ਸੈਂਡ ਦੀ ਡਿਮਾਂਡ ਕੌਣ ਤੈਅ ਕਰੂਗਾ ਵੀ ਡਿਮਾਂਡ ਕਿੰਨੀ ਹੈ? Assessment of demand for capital infrastructure, which is the most important thing. ਮੈਂ ਪਹਿਲਾਂ ਵੀ ਕਿਹਾ ਸੀ 65% ਰੇਤਾ ਗਵਰਨਮੈਂਟ ਦੀਆਂ ਸੜਕਾਂ, ਗਵਰਨਮੈਂਟ ਦਾ ਇਨਫਰਾਸਟ੍ਰਕਚਰ, ਗਵਰਨਮੈਂਟ ਦੀਆਂ ਬਿਲਡਿੰਗਾਂ ਦੇ ਵਾਸਤੇ ਬਣਦਾ। ਦੈਟ ਇਜ਼ ਕੈਪੀਟਲ ਇਨਫਰਾਸਟ੍ਰਕਚਰ, ਰਾਈਟ। ਹੁਣ ਉਹਨੂੰ ਕੈਲਕੂਲੇਟ ਕਰਨਾ ਬੜਾ ਸੌਖਾ ਹੈ। ਉਹ ਕਹਿੰਦੇ ਜੀ ਨਹੀਂ ਇਹ ਤਾਂ ਬੜਾ ਔਖਾ। ਮੈਂ ਕਿਹਾ ਬੜਾ ਸੌਖਾ। ਜਿੰਨੇ ਸੀਮੈਂਟ ਦੇ ਥੈਲੇ ਆਏ ਤੁਹਾਡੇ ਕੋਲ ਐਕਸਾਈਜ਼ 'ਚ ਪੂਰੀ ਡਿਟੇਲ ਪਈ। ਸੀਐਸ ਸਾਹਿਬ ਨੂੰ ਮੈਂ ਪੁੱਛਿਆ ਜੀ ਮੈਂ ਜੀ ਕਿੰਨੇ ਰੇਤੇ ਦੇ ਥੈਲੇ ਲੱਗਦੇ ਇੱਕ ਸੀਮੈਂਟ ਦੇ ਥੈਲੇ ਪਿੱਛੇ? ਉਹ ਕਹਿੰਦੇ 4 ਜਾਂ 5, ਕਈ ਥਾਵਾਂ ਤੇ 6 ਵੀ ਲੱਗਦੇ। ਇੱਕ ਸੀਮੈਂਟ ਦੇ ਥੈਲੇ ਪਿੱਛੇ 4 ਤੋਂ 5 ਥੈਲੇ ਰੇਤਾ ਲੱਗਦਾ ਹੈ ਸਰਕਾਰੀ ਇਨਫਰਾਸਟ੍ਰਕਚਰ 'ਚ, ਚਾਹੇ ਸੜਕ ਹੋਵੇ ਚਾਹੇ ਇਨਫਰਾਸਟ੍ਰਕਚਰ ਹੋਵੇ ਕਈ ਹੋਰ ਥਾਂ ਹੋਵੇ, ਠੀਕ ਹੈ। ਔਰ ਉਹਨਾਂ ਦਾ ਰਿਕਾਰਡ ਪਿਆ ਤੁਹਾਡੇ ਕੋਲ ਵੀ ਸੀਮੈਂਟ ਦੇ ਥੈਲੇ ਕਿੰਨੇ ਆਏ, ਐਕਸਾਈਜ਼ ਵਾਲੇ ਦੱਸ ਦੇਣਗੇ। 65% ਰੇਤਾ ਖਪਦਾ ਹੈ ਸਰਕਾਰੀ ਇਨਫਰਾਸਟ੍ਰਕਚਰ ਦੇ ਵਿੱਚ, ਠੀਕ ਹੈ। 65% ਰੇਤਾ ਜਿੱਥੇ ਜਾਂਦਾ ਹੈ ਇੱਕ ਵੀ ਰੇਤੇ ਦੇ ਥੈਲੇ ਦਾ ਬਿੱਲ ਨਹੀਂ ਹੈ ਸਰਕਾਰੀ ਇਨਫਰਾਸਟ੍ਰਕਚਰ 'ਚ। ਸੀਮੈਂਟ ਉਹਦੇ ਤੇ ਐਕਸਾਈਜ਼ ਹੁੰਦੀ ਹੈ, ਇੱਕ ਵੀ ਥੈਲਾ ਇਹੋ ਜਿਹਾ ਨਹੀਂ ਜਿਹਦੇ ਤੇ ਐਕਸਾਈਜ਼ ਨਹੀਂ ਹੈ। ਪੱਟਦੇ ਨੇ ਟਰੱਕ ਨੂੰ, ਉੱਥੇ ਹੀ ਰੋਕਦੇ ਨੇ, ਨਾਕੇ ਹੁੰਦੇ ਆ, ਠਾ ਉਦੋਂ ਹੀ ਫੜ ਲੈਂਦੇ ਆ, ਰਾਈਟ। ਉਹਦੇ ਨਾਲ 5 ਨੂੰ ਐਡ ਕਰ ਦਿਓ, ਉਹਦੀ ਕਾਸਟ ਦੇਖ ਲਓ, ਜਿੰਨੀ ਕਾਸਟ ਦੇ ਉੱਤੇ ਮਾਫੀਆ ਵੇਚਦਾ ਹੈ ਉਹ ਲਾ ਲਓ ਜਾਂ ਦੂਜੀ ਲਾ ਲਓ, ਤੁਹਾਨੂੰ ਆਪੇ ਪਤਾ ਲੱਗ ਜੂ। ਇੱਕ ਦਾ ਬਿੱਲ ਨਹੀਂ ਸਰ ਇਹ 10 ਸਾਲਾਂ ਸਰ ਕੋਈ ਐਸਾ ਪ੍ਰੋਵੀਜ਼ਨ ਕਰਨ ਜਾ ਰਹੇ ਹੋ ਕਿ ਜਿਹੜੇ ਗਵਰਨਮੈਂਟ ਦੇ ਵਰਕਸ ਹਨ ਉੱਥੇ ਸੈਂਡ ਜਿਹੜਾ ਮਹਾਰਾਜ ਇਟ ਇਜ਼ ਆਲਰੇਡੀ ਮੈਂਡੇਟਰੀ। ਆਈ ਐਮ ਆਨਸਰਿੰਗ ਯੂ, ਇਟ ਇਜ਼ ਮੈਂਡੇਟਰੀ ਕਿ ਤੁਸੀਂ ਅਪਰੂਵਡ ਕੁਐਰੀ ਤੋਂ ਰੇਤਾ ਲੈਣਾ। ਮੈਂਡੇਟਰੀ ਹੈ। ਇਹ 'ਚ ਕੋਈ ਮੈਂ ਕੋਈ ਨਵਾਂ ਰੂਲ ਨਹੀਂ ਬਣਾ ਰਿਹਾ, ਬਣੇ ਹੋਏ ਨੇ ਰੂਲ। ਇਹ ਰੂਲ ਸਰਕਾਰੀ ਨੇ, ਸਰਕਾਰੀ ਰੂਲ ਨੇ ਭਾਈ। ਇਹ ਪਹਿਲਾਂ ਦੇ ਨੇ, ਮੇਰੇ ਮਤਲਬ ਪੋਲਿਟਿਕਸ 'ਚ ਆਉਣ ਤੋਂ ਪਹਿਲਾਂ ਦੇ ਰੂਲ ਨੇ। But good intentions die unless they're executed. ਹੁਣ ਜਿਹੜਾ ਅਗਲਾ ਉਹ ਹੈ ਉਹ ਹੈਗਾ ਡੈਜ਼ਿਗਨੇਟਿਡ ਸਟਾਕ ਯਾਰਡਸ ਆਫ ਸੈਂਡ। ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀਆਂ ਡਿਫਰੈਂਟ ਲੋਕੇਸ਼ਨਾਂ ਦੇ ਉੱਤੇ, ਜਿਵੇਂ ਤਹਿਸੀਲਾਂ ਨੇ, ਮਾਈਨ ਦੇ ਵਿੱਚ ਅਸੀਂ ਕਿਸੇ ਨੂੰ ਨਹੀਂ ਵੜਨ ਦੇਣਾ। ਮਾਈਨ ਚੋਂ ਠੇਕੇਦਾਰ ਨੇ ਆਪਣੇ ਟਰੱਕ ਚੋਂ ਰੇਤਾ ਲੈਣਾ ਤੇ ਸਟਾਕ ਯਾਰਡ 'ਚ ਛੱਡਣਾ। ਸਟਾਕ ਯਾਰਡ ਦੇ ਵਿੱਚੋਂ ਬਲੂ ਚਿਪ ਲੱਗੀ ਹੋਈ ਕਲਰ ਦੇ ਟਰੱਕ ਦੇ ਵਿੱਚ ਪਾ ਕੇ ਜਿੱਥੋਂ ਡਿਮਾਂਡ ਆਈ ਉੱਥੇ ਉਹਨਾਂ ਰੇਤਾ ਭੇਜ ਦੇਣਾ। 1200 ਦਾ ਤੇ 100 ਰੁਪਇਆ ਵੱਧ ਲੈ ਕੇ ਲੈ ਪਾਈ ਉੱਥੇ ਫਲਾਨੀ ਥਾਂ ਦੇ ਉੱਤੇ ਛੱਡਿਆ। ਇਹ ਸਟਾਕ ਯਾਰਡ ਕਿੱਥੇ ਬਣੂ? ਸਟਾਕ ਯਾਰਡ ਦਰਿਆ ਦੇ ਕੰਢੇ, ਜਿੱਥੇ ਦਰਿਆ ਹੈ ਉੱਥੋਂ ਮਤਲਬ ਜਿਹੜਾ ਕੰਟਰੈਕਟਰ ਹੈ, ਲੋਡਿੰਗ ਕੰਟਰੈਕਟਰ ਹੈ, ਉਹ ਥੱਲੇ ਜਾਊ ਦਰਿਆ ਚੋਂ ਔਰ ਸਟਾਕ ਯਾਰਡ 'ਚ ਮਾਲ ਸਾਰਾ ਸਿੱਟ ਦੂਗਾ ਵੇ ਕਰਕੇ। ਉੱਥੋਂ ਫਿਰ ਟਰਾਂਸਪੋਰਟ ਸਿਸਟਮ ਦੇ ਨਾਲ GPIS ਸਿਸਟਮ, RDIF ਚਿੱਪਾਂ ਲੱਗੀਆਂ ਹੋਈਆਂ, ਉੱਥੋਂ ਚਾਹੇ ਕੋਈ ਲੋਕਲ ਬੰਦਾ ਇੰਡੀਵਿਜੂਅਲ ਥਾਂ ਦੇ ਉੱਤੇ ਚਾਹੁੰਦਾ ਹੈ ਉਹਨੂੰ, ਚਾਹੇ ਲੋਕਲ ਸੈਲਫ ਗਵਰਨਮੈਂਟ ਦਾ ਚਾਹੁੰਦਾ, ਚਾਹੇ ਕੋਈ ਪੰਚਾਇਤ ਦਾ ਚਾਹੁੰਦਾ ਹੈ, ਉਹ ਆਨਲਾਈਨ ਬੁਕਿੰਗ ਹੋਊਗੀ ਔਰ ਆਨਲਾਈਨ ਜੋ ਬੁੱਕ ਕਰੂਗਾ ਉਹਨੇ ਵੇਟ ਦਾ ਸਮਾਨ ਭੇਜ ਕੇ ਉੱਥੇ ਔਰ ਐਕਸਟਰਾ ਪੈਸੇ 200 ਰੁਪਏ ਜਿਹੜੇ ਟਰਾਂਸਪੋਰਟ ਦੇ। ਭਾਈ ਸਟਾਕ ਇੱਥੇ ਪਿਆ, ਜਿਹਨੇ ਚੱਕਣਾ ਚੱਕ ਲੈ। ਜੇ ਵੱਧ ਤੋਂ ਵੱਧ ਇਹ ਹੈ ਕਿ ਤੁਸੀਂ ਆਪਣੀ ਟਰਾਲੀ ਕਰ ਲਓ, 100 ਰੁਪਇਆ ਵੱਧ ਲੱਗੂ, ਤੁਸੀਂ ਆਪਣੀ ਟਰਾਲੀ ਕਰ ਲਓ, ਲੈ ਜਾਓ। ਪਰ ਇਹ ਰੇਟ ਹੈ, ਇਹ ਪਹਿਲਾਂ ਵੀ ਹੋ ਸਕਦਾ ਸੀ, ਇਹ 10 ਸਾਲਾਂ ਦਾ ਕਿਉਂ ਨਹੀਂ ਕੀਤਾ? ਹੁਣ ਆਨਲਾਈਨ ਬੁਕਿੰਗ ਆਫ ਸੈਂਡ ਬੜੀ ਸਿੰਪਲ ਜੀ ਹੈ ਸਭ। ਮਤਲਬ ਹੁਣ ਇੰਡੀਵਿਜੂਅਲ ਹੋਵੇ, ਪੰਚਾਇਤ ਦਾ ਬੰਦਾ ਹੋਵੇ, ਲੋਕਲ ਬਾਡੀਜ਼ ਦਾ ਬੰਦਾ ਹੋਵੇ, ਸਰਕਾਰੀ ਡਿਪਾਰਟਮੈਂਟ ਦਾ ਬੰਦਾ ਹੋਵੇ, ਉਹ ਆਨਲਾਈਨ ਦੱਸੇ ਵੀ ਭਾਈ ਇੰਨਾ ਚਾਹੀਦਾ ਹੈ, ਪੰਚਾਇਤ ਵਾਲਾ ਪੰਚਾਇਤ ਚੋਂ ਦੱਸੇ, ਉਹਦੇ ਘਰੇ ਟਰੱਕ ਛੱਡਣ ਜਾਊ। ਟਰੱਕ ਨੇ ਕੀ ਕਰਨਾ ਹੈ? ਟਰੱਕ ਨੇ ਸਰਕਾਰੀ ਮਾਈਨ ਦੇ ਵਿੱਚ ਜਾਣਾ ਤੇ ਸਟਾਕ ਯਾਰਡ ਬਣਾ ਕੇ ਉਹਨਾਂ ਸਟਾਕ ਯਾਰਡਾਂ ਦੇ ਵਿੱਚ ਇਹ ਰੇਤੇ ਨਹੀਂ ਜਾਣਾ। ਪੰਚਾਇਤ ਆਪਣੇ ਉੱਥੋਂ ਬੁੱਕ ਕਰੇ, ਗਵਰਨਮੈਂਟ ਡਿਪਾਰਟਮੈਂਟ ਆਪਣੇ ਥਾਂ ਤੋਂ ਬੁੱਕ ਕਰੇ, ਲੋਕਲ ਬਾਡੀਜ਼ ਆਪਣੀ ਥਾਂ ਤੋਂ ਬੁੱਕ ਕਰਨ, ਤੇ ਜੇ ਕਿਸੇ ਇੰਡੀਵਿਜੂਅਲ ਨੇ ਕਰੇ ਉਹ ਆਪਣੇ ਘਰੇ ਬੈਠਾ ਬੁੱਕ ਕਰੇ। ਕੋਈ ਸਿੰਪਲ ਚੀਜ਼ ਹੈ, ਦੱਸੋ। ਇਹ ਆਨਲਾਈਨ ਕਾਰਪੋਰੇਸ਼ਨ ਬਿਲਕੁਲ ਸਰ, ਇਹ ਚੱਲਦਾ ਹੈ ਆਲਰੇਡੀ, ਸਾਰੇ ਸਟੇਟਾਂ ਚੱਲਦਾ ਹੈ। ਇਟਸ ਦ ਸਿੰਪਲੈਸਟ ਥਿੰਗ। ਆਨਲਾਈਨ ਬੁਕਿੰਗ ਹੁੰਦੀ ਹੈ, ਜਿਹੜੀ ਪੰਚਾਇਤ ਹੈ ਉੱਥੋਂ ਪਿੰਡ ਚੋਂ ਬੁਕਿੰਗ ਹੋ ਜੂਗੀ ਐ ਕਰਕੇ ਵੀ ਫਲਾਣੇ ਥਾਂ ਦੇ ਉੱਤੇ ਭੇਜਣਾ। SMS ਚਲੇ ਜਾਂਦਾ ਵੀ ਭਾਈ ਟਰੱਕ ਇੱਥੋਂ ਨਿਕਲ ਗਿਆ, ਤੇਰੇ ਕੋਲ ਇੰਨੀ ਦੇਰ 'ਚ ਪਹੁੰਚ ਜੂ। ਔਰ ਉਸ ਟਰੱਕ ਦੇ ਉੱਤੇ ਰੇਡੀਓ ਫ੍ਰੀਕੁਐਂਸੀ ID ਲੱਗੀ ਹੋਈ ਹੈ, RDIF,
ਉਹਦੇ ਤੇ GPS ਸਿਸਟਮ ਲੱਗਿਆ ਹੋਇਆ ਵੀ ਇੰਨੇ ਕਿਲੋਮੀਟਰ ਇੰਨਾ ਜ਼ਿਆਦਾ ਤੇਲ ਜ਼ਿਆਦਾ ਨਹੀਂ ਲਊ, ਫਲਾਨਾ ਟਮਕਾਨਾ ਸਭ ਕੁਝ, ਔਰ ਉਹਦਾ ਫਿਕਸ ਰੇਟ ਹੋ ਜਾਊਗਾ ਵੀ ਭਾਈ ਇੰਨੇ ਕਿਲੋਮੀਟਰ ਗਿਆ ਤੇ ਇੰਨੇ GPS ਲੱਗਿਆ ਹੋਇਆ। ਕੋਈ ਦੁਨੀਆ ਦੇ ਵਿੱਚ ਉਹਨੂੰ ਕੋਈ ਉਹ ਨਹੀਂ ਕਰ ਸਕਦਾ। ਟਰੱਕਾਂ ਦੇ ਰੰਗ ਅੱਡ ਨੇ, ਤੁਸੀਂ ਠੇਕੇਦਾਰਾਂ ਨੂੰ ਕਹੋ ਆਓ ਭਾਈ ਰੇਤਾ ਮਾਈਨ ਚੋਂ ਚੁੱਕੋ, ਸਟਾਕ ਯਾਰਡ ਚੋਂ ਚੁੱਕੋ, ਜਿੱਥੇ ਡਿਮਾਂਡ ਉੱਥੇ ਦੇ ਦਿਓ, ਕੰਜ਼ਿਊਮਰ ਦੇ ਦਿਓ, ਗੱਲ ਕਰ। ਦੇਖੋ ਕਿੰਨੇ ਸਿੰਪਲ ਸਿਸਟਮ ਨੇ, ਕਿੰਨੇ ਕੰਪਲਿਕੇਟ ਕੀਤੇ ਹੋਏ ਨੇ, ਕਿਹਨੇ ਕੀਤੇ ਹੋਏ ਨੇ, ਨਹੀਂ ਤੇ ਅਬ ਤੋਂ ਰਾਮ ਜਾਣੇ। ਕ੍ਰਸ਼ਰਾਂ ਦੀ ਪਾਲਿਸੀ ਦੇ ਵਿੱਚ ਹਿਮਾਚਲ ਦੀ ਪਾਲਿਸੀ ਹੈ ਬੜੀ ਸਿੰਪਲ ਕਿ 7 ਰੁਪਏ ਪਰ ਯੂਨਿਟ ਬਿਜਲੀ ਦੇ ਉੱਤੇ, ਕਿਉਂਕਿ ਉਹ ਨਿਕਲ ਹੀ ਨਹੀਂ ਸਕਦਾ, ਤੁਸੀਂ ਮੋਨੀਟਰਿੰਗ ਦੀ ਲੋੜ ਹੀ ਨਹੀਂ, ਕਿ ਇਹਨੂੰ ਭੇਜਣ ਦੀ ਲੋੜ ਨਹੀਂ। 1000 ਕ੍ਰਸ਼ਰ ਹੈ ਪੰਜਾਬ 'ਚ, 7 ਰੁਪਏ ਪਰ ਯੂਨਿਟ, 8 ਰੁਪਏ ਰਾਇਲਟੀ। ਜਿਹੜੇ ਇਹ ਪੰਜਾਬ ਦਾ ਪੈਸਾ ਜੇਬਾਂ 'ਚ ਪਾ ਕੇ ਤੁਰਦੇ ਆ, 7 ਰੁਪਏ ਉਹ ਵੀ ਲੱਗਣਾ ਚਾਹੀਦਾ। ਪਠਾਨਕੋਟ 'ਚ ਕੀ ਹੋ ਰਿਹਾ? ਰੇਤੇ ਖੇਤਾਂ ਦੇ ਵਿੱਚ ਰੇਤਾ ਪਿਆ, ਰੇਤਾਂ ਦੇ ਵਿੱਚ ਰੋੜਾ ਪਿਆ, ਉਹ ਰੋੜਾ ਚੁੱਕਦੇ ਆ ਤੇ ਮਾਫੀਆ ਉਹਨਾਂ ਨੂੰ 2 ਪਰਚੀਆਂ ਦਿੰਦਾ, 2 ਪਰਚੀਆਂ ਦਿੰਦਾ ਮਾਫੀਆ, ਔਰ ਕਹਿੰਦਾ ਵੀ ਤੁਸੀਂ ਇਹ ਕਹੋ ਵੀ ਭਾਈ ਇਹ ਪਠਾਨਕੋਟ ਤੋਂ ਪਰੇੋਂ ਲੈ ਕੇ ਆਏ ਤੁਸੀਂ। ਜਿਹੜਾ ਕੰਢੀ ਏਰੀਆ, ਕੰਢੀ ਏਰੀਆ 'ਚ ਐਗਰੀਕਲਚਰ ਲੈਂਡ ਦੇ ਵਿੱਚ ਤੁਸੀਂ ਰੋੜੀ ਖੜੀ ਹੈ ਨਾਲ, ਉਹਨੂੰ ਉਹਦਾ ਇੱਕ ਸਪੈਸੀਫਿਕ ਨਾਮ ਹੈ ਐਮ ਸੈਂਡ। ਗਵਰਨਮੈਂਟ ਆਫ ਇੰਡੀਆ ਉਹਨੂੰ ਐਮ ਸੈਂਡ ਮੰਨਦੀ ਹੈ, ਉਹ ਇੱਕ ਵਿਕਲਪ ਹੈ। ਮਤਲਬ 500 ਸਕੁਆਇਰ ਕਿਲੋਮੀਟਰ 'ਚ ਅਗਲੇ 170 ਸਾਲਾਂ ਦਾ ਕ੍ਰਸ਼ਰ ਦਾ ਮਾਲ ਪਿਆ, ਜਿਹੜਾ ਕਿ 1.5 ਕਰੋੜ ਰੁਪਈਆ ਹਰ ਸਾਲ ਦਊ ਪੰਜਾਬ ਨੂੰ। ਟਰੱਕ ਆਉਂਦੇ ਆ ਜੰਮੂ ਕਸ਼ਮੀਰ ਹਿਮਾਚਲ 'ਚੋਂ, ਉਹ ਟਰੱਕਾਂ ਤੇ ਜਦੋਂ GST ਨਹੀਂ ਸੀ ਲੱਗਿਆ ਉਦੋਂ ਲੋਕ ਐਂਟਰੀ ਟੈਕਸ ਲੈਂਦੇ ਸੀ। ਕੌਣ ਲੈਂਦੇ ਸੀ ਤੈਨੂੰ ਵੀ ਪਤਾ, ਮੈਨੂੰ ਵੀ ਪਤਾ, ਠੀਕ ਹੈ। ਹੁਣ ਜੇ 2600 ਟਰੱਕ ਆਇਆ, ਉਹ 25000 ਉਹਦੀ ਪਹੁੰਚ ਹੈ ਇੱਥੇ, 5000 ਐਂਟਰੀ ਟੈਕਸ ਲਿਆ, ਫਿਰ ਵੀ 20000 ਦੇ ਵਿੱਚ ਉਹਨਾਂ ਨੂੰ ਬਚਦਾ ਹੈ 7-8000। ਇੰਨਾ ਸਸਤਾ ਉੱਥੇ ਉਹ ਮਾਲ। ਹੁਣ ਸੁਣ ਮੇਰੀ ਗੱਲ, ਅਸੀਂ ਕੀ ਕਹਿ ਰਹੇ ਹਾਂ? ਅਸੀਂ ਕਹਿ ਰਹੇ ਹਾਂ ਕਿ ਜਿਹੜੀ ਬੰਦਾ ਐਂਟਰੀ ਪੁਆਇੰਟ ਤੇ ਜਦੋਂ ਆਉਂਦਾ ਹੈ ਉੱਥੇ ਟੈਕਸ ਲਾਉਣ ਲਾ ਦਿਓ, ਐਂਟਰੀ ਟੈਕਸ। ਉਹ ਕਹਿੰਦੇ ਜੀ GST ਤੋਂ ਬਾਅਦ ਲੱਗਦਾ ਨਹੀਂ, GST ਲਾ ਦਿਓ। ਜਿਹੜੀ ਫਿਨਿਸ਼ਡ ਬਜਰੀ ਆਉਂਦੀ ਹੈ 6% ਸਰਕਾਰ ਨੂੰ ਆਊਗਾ ਮਿੱਤਰ ਪਿਆਰੇ, 6%। ਨਵੀਂ ਨੀਤੀ ਦੀ ਤਜਵੀਜ਼ਾਂ ਵਿੱਚ ਕਿਸਾਨਾਂ ਨੂੰ ਹੁਣ ਖੇਤਾਂ ਵਿੱਚੋਂ ਰੇਤ ਕੱਢਣ ਦੀ ਖੁੱਲੀ ਛੋਟ ਹੋਏਗੀ। ਘਰੇਲੂ ਵਰਤੋਂ ਲਈ ਕਿਸਾਨ ਖੇਤਾਂ ਵਿੱਚੋਂ 10 ਫੁੱਟ ਤੱਕ ਰੇਤ ਕੱਢ ਸਕਣਗੇ। ਇੱਕ ਸਵਾਲ ਉੱਠਦਾ ਹੈ ਕਿ ਜਿਹੜੀ ਜ਼ਮੀਨਾਂ ਦੇ ਵਿੱਚ ਰੇਤ ਪਈ ਹੈ, ਜਿਹਨੂੰ ਆਪਾਂ ਪੱਸਰ ਸੈਂਡ ਕਹਿੰਦੇ ਆ, ਲੋਕੀ 40-40 ਫੁੱਟ ਤੋਂ ਕੱਢੀ ਜਾਂਦੇ ਨੇ, ਉਹਦਾ ਕੀ ਕਰਾਂਗੇ? ਉਹਦੀ ਰਾਇਲਟੀ ਦਾ ਸਿਸਟਮ ਹੈ, ਬੜਾ ਸਿੰਪਲ ਹੈ। ਤੁਸੀਂ 3 ਮੀਟਰ ਤੋਂ ਥੱਲੇ ਨਹੀਂ ਜਾ ਸਕਦੇ, 10 ਫੁੱਟ ਤੋਂ ਥੱਲੇ ਕੋਈ ਨਹੀਂ ਜਾ ਸਕਦਾ। ਕਿਸਾਨ ਦਾ ਜਿਹੜਾ ਰੇਤ ਦਾ ਜ਼ਮੀਨ ਹੈ ਉਹ ਜਿੱਦਾਂ ਮਰਜ਼ੀ ਖਰਚੇ। ਇਹ ਇੱਕ ਬੜੀ ਵੱਡੀ ਮਿੱਥਿਆ ਬਣਾਤੀ ਕਿ ਕਿਸਾਨ ਨੂੰ ਆਪਣੇ ਖੇਤ ਚੋਂ ਰੇਤ ਨਹੀਂ ਚੱਕ ਸਕਦਾ। ਬਿਲਕੁਲ ਅਲਾਉਡ ਹੈ ਉਹਨੂੰ, ਬਿਲਕੁਲ ਅਲਾਉਡ ਹੈ ਕਿ ਜੇ ਉਹਨੇ, ਜਿਹਨੂੰ ਆਪਾਂ ਕਹਿੰਦੇ ਨੇ ਨਾ ਅਰਥਵਰਕ ਕੋਈ ਕਰਨਾ ਹੈ, ਤੇ ਉਹ ਆਪਣੇ ਖੇਤ ਦਾ ਰੇਤਾ ਚੁੱਕ ਕੇ ਭਰਤ ਪਾ ਸਕਦਾ। ਇਹ ਰੂਲ ਹੈ। ਅਸੀਂ ਇਸ ਰੂਲ ਦੇ ਉੱਤੇ ਵੀ ਉਹ ਕਰ ਰਹੇ ਹਾਂ ਵੀ ਉਹ 10 ਫੁੱਟ ਤੋਂ ਥੱਲੇ ਨਹੀਂ ਜਾ ਸਕਦਾ, ਇਕੋਲੋਜੀ ਨੂੰ ਡੈਮੇਜ ਨਹੀਂ ਕਰ ਸਕਦਾ, ਡੀ ਗ੍ਰੇਡ ਪੱਸਰ ਸੈਂਡ ਕੱਢ ਕੇ ਨਹੀਂ ਵੇਚ ਸਕਦਾ, ਲੇਕਿਨ ਉਹ ਮਤਲਬ ਭਰਤ ਪਾ ਸਕਦਾ। ਉਹਦੀ ਜ਼ਮੀਨ ਉਹਦੀ ਹੈ ਔਰ ਇਹਦੇ ਉੱਤੇ ਉਹਨੂੰ ਰਾਇਲਟੀ ਦੇਣੀ ਪਊਗੀ। ਹੁਣ ਜਿਹਦਾ ਖੇਤ ਹੈ, ਉਹ ਖੇਤ ਦੇ ਵਿੱਚ ਜਿਹੜੀ ਉਹਨੂੰ ਕਹਿੰਦੇ ਨੇ ਨਾ ਭਰਤ ਪਾਉਣੀ ਹੈ, ਉਹ ਕਰ ਸਕਦਾ। ਲੇਕਿਨ ਕਿਉਂਕਿ ਲੋਕਾਂ ਦੇ ਬਾਜ਼ਾਰ ਬੰਦ ਹੁੰਦੇ ਔਰ ਅਫਸਰਾਂ ਨੂੰ ਡਰ ਲੱਗਦਾ, ਉਹ ਕਰ ਨਹੀਂ ਦਿੰਦੇ, ਫਿਰ ਤਰਾਹੀਮਾਮ ਹੁੰਦਾ। The only thing that the government wants is ਕਿ ਭਾਈ ਇੱਕ ਲੈਵਲ ਹੈ, ਉਸ ਲੈਵਲ ਤੋਂ ਥੱਲੇ ਨਹੀਂ ਜਾਣਾ। ਉਸ ਤੋਂ ਬਾਅਦ ਆ ਗਿਆ ਕਸਟਮਰ ਫੀਡਬੈਕ। ਕਸਟਮਰ ਤੋਂ ਇਹ ਫੀਡਬੈਕ ਲੈਣੀ ਹੈ ਵੀ ਭਾਈ ਅਵੇਲੇਬਿਲਿਟੀ ਕੈਸੀ ਸੀ, ਕੁਆਲਿਟੀ ਕੈਸੀ ਸੀ, ਕੁਆਂਟੀਟੀ ਕੈਸੀ ਸੀ, ਰੇਟ ਕੈਸਾ ਸੀ। ਇਹ ਥਰਡ ਪਾਰਟੀ ਦਾ ਆਡਿਟ ਹੋਊਗਾ, ਮਤਲਬ ਲੋਕਾਂ ਦੇ ਕੋਲ ਜਾ ਕੇ ਥਰਡ ਪਾਰਟੀ ਖੜਿਆ ਕਰੂਗੀ ਔਰ ਆਡਿਟ ਕਰਿਆ ਕਰੂਗੀ ਔਰ ਫੇਰ ਦੱਸਿਆ ਕਰੂਗੀ। ਮੈਂ ਇਹ ਤੈਨੂੰ ਗਾਰੰਟੀ ਦਿੰਦਾ ਮਿੱਤਰਾ, ਇਹ ਸਿੰਪਲ ਚੀਜ਼ਾਂ ਨੇ। ਜੇ ਇਹ ਹੋ ਗਈਆਂ ਤੇ ਮਾਈਨਿੰਗ ਦੇ ਵਿੱਚੋਂ ਚਾਹੇ 4000 ਆਵੇ ਤੇ ਚਾਹੇ 2000 ਆਵੇ, ਲੇਕਿਨ ਵੋਲਿਊਮ ਵੀ ਵਧੂਗਾ, ਰੇਟ ਵੀ ਘਟਣਗੇ ਔਰ ਪੰਜਾਬ ਦੇ ਖਜ਼ਾਨੇ ਦੇ ਵਿੱਚ ਉਹ ਪੈਸਾ ਆਊਗਾ ਜਿਹੜਾ ਲੋਕਾਂ ਦੀਆਂ ਜੇਬਾਂ 'ਚ ਜਾ ਰਿਹਾ। ਮੈਂ ਤੈਨੂੰ ਗਾਰੰਟੀ ਦਿੰਦਾ ਕਿ ਜੇ ਇਹ ਜੀ ਰਿਪੋਰਟ ਕਿਸੇ ਇੱਕ ਨੇ ਵੀ ਬਣਾਈ ਹੋਵੇ, ਇੱਕ ਨੇ, ਔਰ ਮੈਨੂੰ ਦਿਖਾ ਦੇ ਜੇ ਆਹ ਸਮੱਸਿਆਵਾਂ ਦਾ ਸਮਾਧਾਨ ਕਿਸੇ ਇੱਕ ਬੰਦੇ ਨੇ ਅੱਜ ਤੱਕ ਦਿੱਤਾ ਹੋਵੇ, ਤੇ ਮੈਂ ਜ਼ਿੰਮੇਵਾਰ